ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਨਾ ਟੀਚਿੰਗ ਆਫ ਰਾਈਟਿੰਗ, ਲਿਖਣ ਦੀ ਸਿੱਖਿਆ। ਤਾਂ ਕਹਿੰਦੇ ਭਾਸ਼ਾ ਹੈ ਜਿਹੜੀ, ਤਾਂ ਇਹ ਇੱਕ ਮੌਖਿਕ ਕਿਰਿਆ ਹੈ ਜਿਸ ਦੇ ਰਾਹੀਂ ਅਸੀਂ ਆਪਣੇ ਮਨ ਦੇ ਵਿਚਾਰ ਦੂਜਿਆਂ ਅੱਗੇ ਪ੍ਰਗਟ ਕਰਦੇ ਹਾਂ। ਤਾਂ ਕਹਿੰਦੇ ਜਦੋਂ ਧੁਨੀਆਂ ਉਚਾਰੀਆਂ ਜਾਂਦੀਆਂ ਨੇ ਤਾਂ ਇਹ ਭਾਸ਼ਾ ਦਾ ਜਿਹੜਾ ਮੌਖਿਕ ਜਾਂ ਉਚਰਿਤ ਰੂਪ ਧਾਰਨ ਕਰ ਲੈਂਦੀਆਂ ਨੇ। ਪਰ ਕਹਿੰਦੇ ਕੋਈ ਵੀ ਭਾਸ਼ਾ ਹੈ ਜਿਹੜੀ, ਉਸ ਦੇ ਲਈ ਲਿਖਤੀ ਹੋਣਾ ਜ਼ਰੂਰੀ ਹੈ। ਤਾਂ ਜੇਕਰ ਇਹਨਾਂ ਨੂੰ ਵਿਸ਼ੇਸ਼ ਚਿੰਨ੍ਹਾਂ ਰਾਹੀਂ ਲਿਖਿਆ ਜਾਵੇ ਤਾਂ ਇਹ ਭਾਸ਼ਾ ਦਾ ਲਿਖਤ ਰੂਪ ਧਾਰਨ ਕਰ ਲੈਂਦੀਆਂ ਹਨ। ਤਾਂ ਇਸ ਤਰ੍ਹਾਂ ਹਰ ਇੱਕ ਭਾਸ਼ਾ ਦੀ ਆਪਣੀ ਇੱਕ ਵਿਸ਼ੇਸ਼ ਲਿਪੀ ਹੁੰਦੀ ਹੈ, ਜਿਵੇਂ ਪੰਜਾਬੀ ਦੀ ਗੁਰਮੁਖੀ ਲਿਪੀ ਅਤੇ ਹਿੰਦੀ ਦੀ ਦੇਵਨਾਗਰੀ ਲਿਪੀ ਅਤੇ ਅੰਗਰੇਜ਼ੀ ਭਾਸ਼ਾ ਦੀ ਜਿਹੜੀ ਰੋਮਨ ਲਿਪੀ ਹੈ। ਤਾਂ ਇਹਨਾਂ ਲਿਪੀਆਂ ਦੇ ਵਿੱਚ ਜਿਹੜੀਆਂ ਇਹ ਭਾਸ਼ਾਵਾਂ ਨੇ ਉਹ ਲਿਖੀਆਂ ਜਾਂਦੀਆਂ ਨੇ। ਤਾਂ ਇੱਕ ਪੰਜਾਬੀ ਭਾਸ਼ਾ ਦਾ ਜਿਹੜਾ ਵਿਦਿਆਰਥੀ ਹੈ ਉਸ ਨੂੰ ਗੁਰਮੁਖੀ ਲਿਪੀ ਬਾਰੇ ਚੰਗੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਸਾਡੀ ਗੁਰਮੁਖੀ ਲਿਪੀ ਦੇ ਵਿੱਚ ਇਸ ਨੂੰ 35 ਅੱਖਰੀ ਕਿਹਾ ਜਾਂਦਾ, ਜਿਸ ਦੇ ਵਿੱਚ ਇਸਦੇ 3 ਸਵਰ ਨੇ ਜਿਹੜੇ ਉਹ ਨੇ, ਅਤੇ ਬਾਕੀ ਜਿਹੜੇ ਨੇ ਉਹ ਸਾਰੇ ਕੀ ਨੇ, ਵਿਅੰਜਨ ਨੇ। ਤਾਂ ਇਸ ਤਰ੍ਹਾਂ ਇੱਕ ਪੰਜਾਬੀ ਭਾਸ਼ਾ ਨੂੰ ਲਿਖਣ ਦੇ ਲਈ ਉਸ ਦੀ ਜਿਹੜੀ ਲਿਪੀ ਹੈ ਉਸ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਹੋਣੀ ਜ਼ਰੂਰੀ ਹੈ। ਤਾਂ ਲਿਖਣ ਕੌਸ਼ਲ ਦਾ ਮਹੱਤਵ ਕੀ ਹੈ? ਤਾਂ ਕਹਿੰਦੇ ਕਿਸੇ ਭਾਸ਼ਾ ਉੱਤੇ ਸੰਪੂਰਨ ਅਧਿਕਾਰ ਪ੍ਰਾਪਤ ਕਰਨ ਲਈ ਉਸ ਭਾਸ਼ਾ ਨੂੰ ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ ਆਉਣਾ ਚਾਹੀਦਾ। ਤਾਂ ਹੀ ਅਸੀਂ ਉਸ ਭਾਸ਼ਾ ਦੇ ਵਿੱਚ ਆਪਣੀ ਜਿਹੜੀ ਪਕੜ ਹੈ ਉਹ ਮਜ਼ਬੂਤ ਕਰ ਸਕਦੇ ਹਾਂ। ਤਾਂ ਲਿਖਣ ਕੌਸ਼ਲ ਦਾ ਮਹੱਤਵ ਹੈ, ਭਾਸ਼ਾ 'ਤੇ ਪੂਰਾ ਅਧਿਕਾਰ ਹੋ ਜਾਂਦਾ ਸਾਡੇ ਬੌਧਿਕ ਵਿਕਾਸ ਦੇ ਲਈ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਆਪਣੇ ਮਨ ਦੇ ਵਿਚਾਰ ਜਾਂ ਦੂਜਿਆਂ ਦੇ ਵਿਚਾਰ ਲਿਖਤੀ ਰੂਪ 'ਚ ਪ੍ਰਗਟ ਕਰਦੇ ਹਾਂ ਤਾਂ ਸਾਡਾ ਬੌਧਿਕ ਵਿਕਾਸ ਹੁੰਦਾ ਹੈ। ਦੈਨਿਕ ਜੀਵਨ ਦੇ ਵਿੱਚ ਉਪਯੋਗਤਾ, ਤਾਂ ਕੁਝ ਕੁ ਗੱਲਾਂ ਨੇ ਜਿਹੜੀਆਂ ਉਹ ਸਾਨੂੰ ਲਿਖਤੀ ਰਿਕਾਰਡ ਦੇ ਵਿੱਚ ਰੱਖਣੀਆਂ ਜ਼ਰੂਰੀ ਹੁੰਦੀਆਂ ਨੇ। ਤਾਂ ਉਸ ਦੇ ਲਈ ਸਾਨੂੰ ਭਾਸ਼ਾ ਦਾ ਜਿਹੜਾ ਲਿਖਤੀ ਗਿਆਨ ਹੈ ਉਹ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਅੱਗੇ ਹੈ ਸੀਮਤ ਯਾਦ ਸ਼ਕਤੀ ਦਾ ਬਦਲ। ਤਾਂ ਕਹਿੰਦੇ ਮਨੁੱਖ ਹੈ ਜਿਹੜਾ ਉਹ ਮੌਖਿਕ ਭਾਸ਼ਾ ਨੂੰ ਯਾਦ ਕਰਨ ਦੀ ਜਿਹੜੀ ਉਸਦੀ ਕੁਝ ਸ਼ਕਤੀ ਹੈ ਉਹ ਸੀਮਿਤ ਹੁੰਦੀ ਹੈ। ਤਾਂ ਇਸ ਨੂੰ ਅਸੀਂ ਲਿਖਤੀ ਰੂਪ ਦੇ ਵਿੱਚ ਸਾਂਭ ਕੇ ਰੱਖ ਸਕਦੇ ਹਾਂ। ਸਿੱਖਿਆ ਪ੍ਰਣਾਲੀ ਦਾ ਇੱਕ ਜ਼ਰੂਰੀ ਅੰਗ ਹੈ, ਪ੍ਰੀਖਿਆ ਲਈ ਜ਼ਰੂਰੀ ਹੈ, ਕਿਉਂਕਿ ਅਸੀਂ ਜਿੰਨੀਆਂ ਵੀ ਆਪਣੀਆਂ ਪ੍ਰੀਖਿਆਵਾਂ ਦਿੰਦੇ ਹਾਂ ਉਹ ਲਿਖਤੀ ਰੂਪ ਦੇ ਵਿੱਚ ਦਿੰਦੇ ਹਾਂ। ਗਿਆਨ ਵਿਗਿਆਨ ਦੇ ਸੰਭਾਲ ਲਈ ਜ਼ਰੂਰੀ। ਕਿੱਤਾਕਾਰੀ ਮਹੱਤਵ, ਤਾਂ ਕਹਿੰਦੇ ਇਸ ਨੂੰ ਕਿੱਤਾਕਾਰੀ ਦੇ ਵਿੱਚ ਸਾਡੇ ਦਫ਼ਤਰਾਂ ਦੇ ਵਿੱਚ ਜਿਹੜੇ ਰਿਕਾਰਡ ਨੇ ਉਹ ਅਸੀਂ ਲਿਖਤੀ ਰੂਪ ਦੇ ਵਿੱਚ ਸਾਂਭ ਕੇ ਰੱਖਦੇ ਹਾਂ। ਲੋਕਤੰਤਰਿਕ ਵਿਕਾਸ ਦੇ ਵਿੱਚ ਸਹਾਇਕ। ਸਾਹਿਤਕ ਰਚਨਾ ਦਾ ਆਧਾਰ, ਅਸੀਂ ਕੋਈ ਵੀ ਸਾਹਿਤ ਰਚਨਾ ਕਰਨੀ ਹੈ ਤਾਂ ਸਾਨੂੰ ਜਿਹੜੀ ਲਿਖਤੀ ਭਾਸ਼ਾ ਹੈ ਉਹ ਆਉਣੀ ਜ਼ਰੂਰੀ ਹੈ। ਸਰੀਰਕ ਵਿਕਾਸ ਦੇ ਵਿੱਚ ਸਹਾਇਕ, ਇਸ ਦੇ ਨਾਲ ਸਾਡਾ ਦਿਮਾਗ, ਹੱਥ, ਅੱਖਾਂ, ਤਾਂ ਇਹ ਸ਼ਕਤੀ ਹੈ ਜਿਹੜੀ ਉਹ ਲੱਗਦੀ ਹੈ, ਤਾਂ ਇਸ ਦੇ ਨਾਲ ਸਾਡਾ ਵਿਕਾਸ ਹੈ ਜਿਹੜਾ ਉਹ ਹੁੰਦਾ ਹੈ। ਤਾਂ ਇਸ ਦਾ ਉਦੇਸ਼ ਕੀ ਹੈ? ਤਾਂ ਵਿਦਿਆਰਥੀਆਂ ਨੂੰ ਲਿਖਣ ਕਲਾ ਦਾ ਧਿਆਨ ਪ੍ਰਦਾਨ ਕਰਨਾ, ਤਾਂ ਕਿ ਉਹ ਸਹੀ ਅਰਥਾਂ ਦੇ ਵਿੱਚ ਲਿਖ ਸਕਣ ਅਤੇ ਉਹਨਾਂ ਦੇ ਸ਼ਬਦ ਭੰਡਾਰ ਦੇ ਵਿੱਚ ਵਾਧਾ ਕਰਨਾ, ਅਤੇ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਅਤੇ ਅਨੁਭਵਾਂ ਨੂੰ ਛੋਟੇ ਛੋਟੇ ਪੈਰਿਆਂ ਦੇ ਵਿੱਚ ਵੰਡ ਕੇ ਲਿਖਣ ਦਾ ਅਭਿਆਸ ਕਰਵਾਉਣਾ, ਅਤੇ ਵਿਦਿਆਰਥੀਆਂ ਵਿੱਚ ਲਿਖਣ ਕੌਸ਼ਲ ਦੀ ਜਿਹੜੀ ਰੁਚੀ ਹੈ ਉਹ ਉਤਪੰਨ ਕਰਨੀ, ਅਤੇ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਸ਼ੁੱਧ ਲਿਖਣਾ ਸਿਖਾਉਣਾ। ਸਰਲ, ਸੁੱਧ ਅਤੇ ਪ੍ਰਭਾਵਸ਼ਾਲੀ ਭਾਸ਼ਾ ਦੇ ਰਾਹੀਂ ਉਹ ਆਪਣੇ ਵਿਚਾਰ ਪ੍ਰਗਟ ਕਰੇ। ਤਾਂ ਇਸ ਤਰ੍ਹਾਂ ਉਚਿਤ ਸ਼ਬਦਾਂ, ਮੁਹਾਵਰਿਆਂ ਅਤੇ ਅਖੌਤਾਂ ਦਾ ਪ੍ਰਯੋਗ ਕਰਨਾ। ਤਾਂ ਅੱਗੇ ਹੈਗਾ ਕਿ ਪਹਿਲਾਂ ਲਿਖਣਾ ਕਿ ਪਹਿਲਾਂ ਪੜ੍ਹਨਾ। ਵਿਦਿਆਰਥੀਆਂ ਨੂੰ ਪਹਿਲਾਂ ਪੜ੍ਹਨਾ ਸਿਖਾਉਣਾ ਚਾਹੀਦਾ ਹੈ। ਤਾਂ ਇਹ ਇੱਕ ਵਿਵਾਦਪੂਰਨ ਪ੍ਰਸ਼ਨ ਹੈ। ਤਾਂ ਇਸ ਦੇ ਸੰਬੰਧਿਤ ਸਾਡੇ ਮੈਡਮ ਮਾਟੇਸਰੀ ਜਿਹੜੇ ਹੈਗੇ ਨੇ ਉਸ ਸੰਬੰਧੀ ਵਿਚਾਰ ਪੇਸ਼ ਕਰਦੇ ਨੇ ਕਿ ਬੱਚੇ ਨੂੰ ਪੜ੍ਹਨ ਤੋਂ ਪਹਿਲਾਂ ਲਿਖਣਾ ਸਿਖਾਉਣਾ ਚਾਹੀਦਾ ਹੈ। ਉਸਨੇ ਆਪਣੇ ਹੱਕ ਵਿੱਚ ਉਸਨੇ ਇਹਦੇ ਵਿੱਚ ਕਈ ਤਰਕ ਦਿੱਤੇ ਨੇ, ਜਿਵੇਂ ਕਿ ਪੜ੍ਹਨ ਦੀ ਕਿਰਿਆ ਲਿਖਣ ਦੇ ਮੁਕਾਬਲੇ ਮੁਸ਼ਕਿਲ ਹੈ, ਤਾਂ ਲਿਖਣ ਵਿੱਚ ਸਰੀਰਕ ਕੌਸ਼ਲ ਦੀ ਵਰਤੋਂ ਹੁੰਦੀ ਹੈ, ਜਦ ਕਿ ਪੜ੍ਹਨ ਦੇ ਵਿੱਚ ਮਨ ਅਤੇ ਸਰੀਰ ਦੀਆਂ ਅਨੇਕਾਂ ਜਿਹੜੀਆਂ ਜਟਿਲਤਾਵਾਂ ਨੇ ਉਹਨਾਂ ਦੀ ਵਰਤੋਂ ਹੁੰਦੀ ਹੈ। ਤਾਂ ਉਸ ਦਾ ਕਹਿਣਾ ਹੈ ਕਿ ਆਲੋਚਕ ਨੇ ਜਿਹੜੇ ਇਸ ਦੇ ਉਹ ਕਹਿੰਦੇ ਪੜ੍ਹਨਾ ਹੀ ਪਹਿਲਾਂ ਸਿਖਾਇਆ ਜਾਣਾ ਚਾਹੀਦਾ ਹੈ, ਤਾਂ ਪੜ੍ਹਨ ਤੋਂ ਬਾਅਦ ਹੀ ਜਿਹੜੀ ਲਿਖਤੀ ਭਾਸ਼ਾ ਹੈ ਉਸ ਦੀ ਸਿੱਖਿਆ ਦੇਣੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਇਸ ਸੰਬੰਧੀ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਨੇ। ਤਾਂ ਅੱਗੇ ਲਿਖਣਾ ਸਿੱਖਣ ਦੀਆਂ ਜਿਹੜੀਆਂ ਭਿੰਨ-ਭਿੰਨ ਅਵਸਥਾਵਾਂ ਨੇ ਕਿ ਪਹਿਲੀ ਅਵਸਥਾ ਹੁੰਦੀ ਹੈ ਅਸੀਂ ਉਸ ਦੇ ਵਿੱਚ ਸਿੱਖਦੇ ਹਾਂ, ਦੂਜੀ ਅਵਸਥਾ ਦੇ ਵਿੱਚ ਅੱਖਰਾਂ ਦੀ ਰਚਨਾ ਕਰਦੇ ਹਾਂ, ਅਤੇ ਤੀਜੀ ਅਵਸਥਾ ਵਿੱਚ ਅਸੀਂ ਜਿਹੜੇ ਸ਼ਬਦ ਅਤੇ ਵਾਕ ਬਣਾਉਂਦੇ ਹਾਂ, ਅਤੇ ਚੌਥੀ ਦੇ ਵਿੱਚ ਆਪਣਾ ਲਿਖ ਅਤੇ ਅਭਿਆਸ ਅਤੇ ਆਪਣੀ ਜਿਹੜੀ ਵਧੀਆ ਲਿਖਤ ਹੈ ਉਹ ਕਰਦੇ ਹਾਂ। ਤਾਂ ਇਸ ਤਰ੍ਹਾਂ ਲਿਖਣ ਦੀ ਤਿਆਰੀ ਦੇ ਵਿੱਚ ਜਿਹੜੀ ਪਹਿਲੀ ਅਵਸਥਾ ਹੈ ਉਸ ਦੇ ਵਿੱਚ ਕੀ ਹੁੰਦਾ ਹੈ?
ਬੱਚੇ ਵਿੱਚ ਲਿਖਣ ਦੀ ਜਿਹੜੀ ਰੁਚੀ ਹੈ ਉਹ ਉਤਪੰਨ ਕੀਤੀ ਜਾਂਦੀ ਹੈ। ਬੱਚੇ ਦੀਆਂ ਉਂਗਲੀਆਂ ਦੀ ਜਿਹੜੀ ਮਾਸਪੇਸ਼ੀਆਂ ਦੇ ਵਿੱਚ ਲੋੜੀਂਦੀ ਤਾਕਤ ਆ ਜਾਵੇ, ਇਸ ਦੇ ਲਈ ਉਸਦੀ ਅਭਿਆਸ ਹੈ ਜਿਹੜਾ ਉਹ ਕਰਾਇਆ ਜਾਂਦਾ ਹੈ। ਤਾਂ ਇਹ ਲਿਖਣ ਦੀ ਜਿਹੜੀ ਪਹਿਲੀ ਅਵਸਥਾ ਹੈ। ਤਾਂ ਇਸ ਦਾ ਜਿਹੜਾ ਵਾਤਾਵਰਨ ਸਾਧਨ ਕਿਹੜੇ ਕਿਹੜੇ ਨੇ, ਤਾਂ ਇਸ ਅਵਸਥਾ ਦੇ ਵਿੱਚ ਲੋੜੀਂਦੇ ਵਾਤਾਵਰਨ ਦੀ ਤਿਆਰੀ ਕੀਤੀ ਜਾਂਦੀ ਹੈ। ਬੱਚੇ ਨੂੰ ਦੇਖਣ ਲਈ ਸੁੰਦਰ ਅਵਸਥਾ ਦਿੱਤੀਆਂ ਜਾਂਦੀਆਂ ਹਨ, ਜਿਵੇਂ ਉਹਨੂੰ ਰੰਗ ਬਿਰੰਗੇ ਖਿਡੌਣੇ, ਚਾਰਟ ਆਦਿ। ਉਹ ਇਹਨਾਂ ਅਵਸਥਾ ਨੂੰ ਵੇਖਣ ਅਤੇ ਖੇਡਣ ਦੇ ਵਿੱਚ ਲੱਗ ਜਾਂਦੇ, ਤਾਂ ਉਸ ਦੀ ਨਿਰੀਖਣ ਸ਼ਕਤੀ ਹੈ ਜਿਹੜੀ ਉਹ ਵੱਧ ਜਾਂਦੀ ਹੈ। ਫਿਰ ਉਸ ਦੇ ਅੰਦਰ ਰਚਨਾਤਮਕ ਸ਼ਕਤੀ ਦਾ ਵਿਕਾਸ ਕਰਨਾ ਕਿ ਉਹ ਕੁਝ ਰਚ ਸਕੇ। ਤਾਂ ਉਸ ਤੋਂ ਅੱਗੇ ਅੱਖਰ ਲਿਖਣ ਦਾ ਅਭਿਆਸ ਹੈ ਜਿਹੜਾ, ਇਸ ਪਿੱਛੋਂ ਉਸਨੂੰ ਚੌਂਕੀ ਜਾਂ ਪਟੜੀ ਉੱਤੇ ਮਿੱਟੀ ਜਾਂ ਰੇਤਾ ਵਿਛਾ ਕੇ ਉਸਨੂੰ ਪੱਧਰਾ ਕਰ ਦਿੱਤਾ ਜਾਂਦਾ। ਤਾਂ ਇਹ ਪਹਿਲਾਂ ਜਿਹੜੀਆਂ ਤਰੀਕੇ ਸੀਗੇ ਉਹ ਨੇਗੇ ਵੀ ਕਿਸ ਤਰ੍ਹਾਂ ਪਹਿਲਾਂ ਬੱਚਿਆਂ ਨੂੰ ਜਿਹੜਾ ਲਿਖਣਾ ਸਿਖਾਇਆ ਜਾਂਦਾ ਸੀ, ਅਤੇ ਹੁਣ ਆਪਾਂ ਬੱਚਿਆਂ ਨੂੰ ਕਿਵੇਂ ਪੈਨਸਲ ਨਾਲ ਪਹਿਲਾਂ ਉਗੜ ਕੇ ਦਿੰਦੇ ਹਾਂ ਅਤੇ ਬੱਚੇ ਉਸ ਉੱਤੇ ਆਪਣਾ ਅਭਿਆਸ ਕਰਦੇ ਨੇ ਅਤੇ ਹੌਲੀ ਹੌਲੀ ਉਹ ਲਿਖਣਾ ਸਿੱਖ ਜਾਂਦੇ ਨੇ। ਵੇਖੋ ਅਤੇ ਕਹੋ ਵਿਧੀ ਦਾ ਪ੍ਰਯੋਗ। ਫਿਰ ਦੂਜੀ ਅਵਸਥਾ ਆ ਜਾਂਦੀ ਹੈ। ਇਸ ਅਵਸਥਾ ਵਿੱਚ ਅਧਿਆਪਕ ਦਾ ਉਦੇਸ਼ ਬੱਚੇ ਨੂੰ ਗੁਰਮੁਖੀ ਲਿਪੀ ਦੇ ਜਿਹੜੇ ਸਾਰੇ ਅੱਖਰ ਨੇ ਉਹਨਾਂ ਤੋਂ ਜਾਣੂ ਕਰਵਾਵੇ। ਗੁਰਮੁਖੀ ਲਿਪੀ ਦੇ ਵਿੱਚ ਕੀ ਆ, ਊੜਾ ਆੜਾ ਈੜੀ ਜਿਹੜਾ ਸਾਰੇ ਅੱਖਰ ਨੇ ਉਹਨਾਂ ਤੋਂ ਬੱਚੇ ਨੂੰ ਜਾਣੂ ਕਰਵਾਵੇ। ਤਾਂ ਉਸ ਦੇ ਸੰਬੰਧੀ ਜਿਹੜੇ ਲੋੜੀਂਦੇ ਸਾਧਨ ਨੇ। ਭਾਰਤ ਵਿੱਚ ਬੱਚਿਆਂ ਨੂੰ ਲਿਖਣ ਦੀ ਜਾਂਚ ਸਿਖਾਉਣ ਲਈ ਆਮ ਤੌਰ 'ਤੇ ਕਲਮ, ਸਿਆਹੀ ਅਤੇ ਤਖ਼ਤੀ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਦੂਜੇ ਦੇਸ਼ਾਂ ਦੇ ਵਿੱਚ ਰੰਗ ਬੁਰਸ਼, ਗਰਾਫ, ਪੇਪਰ, ਕਾਗਜ਼, ਪੈਨਸਿਲ ਆਦਿ ਵਰਤੇ ਜਾਂਦੇ ਨੇ। ਪਰ ਆਪਣੇ ਵੀ ਹੁਣ ਜਿਹੜੇ ਇਹ ਕਾਗਜ਼, ਪੈਨਸਿਲ ਅਤੇ ਕਲਰ ਵਗੈਰਾ ਨੇ ਜਿਹੜੇ ਉਹ ਯੂਜ਼ ਕੀਤੇ ਜਾਂਦੇ ਨੇ। ਸੰਸਲੇਸ਼ਨ ਵਿਧੀ। ਤਾਂ ਸੰਸਲੇਸ਼ਨ ਵਿਧੀ ਦੇ ਵਿੱਚ ਕੀ ਹੈ ਕਿ ਬੱਚੇ ਨੂੰ ਸੌਖੀਆਂ ਤੋਂ ਸੌਖੀਆਂ ਜਿਹੜੀਆਂ ਰੇਖਾਵਾਂ ਖਿੱਚਣੀਆਂ ਸਿਖਾਈਆਂ ਜਾਂਦੀਆਂ ਅਤੇ ਹੌਲੀ ਹੌਲੀ ਉਹਨਾਂ ਤੋਂ ਅੱਖਰ ਬਣਾਉਣ ਸਿੱਖਦਾ। ਕਲਮ ਚਲਾਉਣ ਦੀ ਵਿਧੀ, ਉਸਨੂੰ ਕਲਮ ਚਲਾਉਣੀ ਸਿਖਾਈ ਜਾਂਦੀ ਸੀ। ਚਿੱਤਰ ਵਿਧੀ, ਜਿਸ ਦੇ ਵਿੱਚ ਉਸਨੂੰ ਵਰਣਮਾਲਾ ਦੇ ਕਈ ਅੱਖਰ ਸਿਖਾਉਣ ਲਈ ਚਿੱਤਰਾਂ ਦੀ ਸਹਾਇਤਾ ਜਿਹੜੀ ਉਹ ਲਈ ਜਾਂਦੀ। ਤੀਜੀ ਅਵਸਥਾ ਦੇ ਵਿੱਚ ਬੱਚੇ ਨੂੰ ਸ਼ਬਦ ਅਤੇ ਜਿਹੜੇ ਵਾਕ ਰਚਨਾ ਨੇ ਕਿ ਕਿਵੇਂ ਸ਼ਬਦ ਬਣ ਕੇ ਮਤਲਬ ਕਿ ਧੁਨੀਆਂ ਨੂੰ ਆਪਾਂ ਜੋੜ ਕੇ ਸ਼ਬਦ ਬਣਾਉਣੇ ਨੇ, ਅਤੇ ਇਹਨਾਂ ਤੋਂ ਅੱਗੇ ਜਿਹੜੀ ਕਿਵੇਂ ਵਾਕ ਰਚਨਾ ਕੀਤੀ ਜਾਂਦੀ ਉਹ ਸਿਖਾਇਆ ਜਾਂਦਾ। ਅਤੇ ਚੌਥੀ ਦੇ ਵਿੱਚ ਲਿਖਣ ਦਾ ਅਭਿਆਸ ਕਰਾਇਆ ਜਾਂਦਾ ਤਾਂ ਕਿ ਉਹ ਆਪਣਾ ਜਿਹੜਾ ਸਾਹਿਤ ਜਾਂ ਆਪਣੀਆਂ ਜਿਹੜੀ ਰਚਨਾਤਮਕ ਰੁਚੀਆਂ ਨੇ ਉਹਨਾਂ ਦਾ ਵਿਕਾਸ ਕਰ ਸਕੇ। ਤਾਂ ਇਸ ਤਰ੍ਹਾਂ ਲਿਖਣ ਕੌਸ਼ਲ ਨੇ ਜਿਹੜਾ ਉਸ ਦੀਆਂ ਕੁਛ ਵਿਧੀਆਂ ਨੇਗੀਆਂ। ਇਸ ਵਿਧੀ ਦੇ ਵਿੱਚ 35 ਦੇ ਇੱਕ ਇੱਕ ਅੱਖਰ ਲਿਖਣ ਤੋਂ ਕੰਮ ਆਰੰਭ ਕੀਤਾ ਜਾਂਦਾ ਵਰਣਮਾਲਾ ਵਿਧੀ ਦੇ ਵਿੱਚ। ਉਸ ਦੇ ਵਿੱਚ ਲਗਾ ਮਾਤਰਾਵਾਂ ਲਾ ਕੇ ਜਿਹੜੇ ਸ਼ਬਦ ਨੇ ਉਹ ਬਣਾਏ ਜਾਂਦੇ ਨੇ। ਤਾਂ ਇਸ ਤਰ੍ਹਾਂ ਪਹਿਲਾਂ ਉਸਨੂੰ ਅੱਖਰਾਂ ਬਾਰੇ, ਗੁਰਮੁਖੀ ਲਿਪੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਅਤੇ ਫਿਰ ਅੱਗੇ ਉਹ ਆਪਣਾ ਅੱਗੇ ਵਾਕ, ਸ਼ਬਦ ਹੈ ਜਿਹੜਾ ਉਹ ਬਣਾਉਂਦਾ। ਅੱਖਰ ਜੁੱਟ ਵਿਧੀ, ਜਿਸ ਦੇ ਵਿੱਚ ਅੱਖਰਾਂ ਨੂੰ ਜੋੜ ਕੇ ਸ਼ਬਦ ਬਣਾਉਂਦਾ। ਮਾਂਟੇਸਰੀ ਵਿਧੀ, ਲਿਖਣਾ ਸਿਖਾਉਣ ਦੀ ਇਹ ਵਿਧੀ ਲਿਖਣਾ ਸਿਖਾਉਣ ਲਈ ਬੱਚੇ ਨੂੰ ਲੱਕੜੀ ਜਾਂ ਗੱਤੇ ਦੇ ਬਣੇ ਅੱਖਰਾਂ ਉੱਤੇ ਉਂਗਲੀ ਫੇਰਨ ਲਈ ਕਿਹਾ ਜਾਂਦਾ ਹੈ। ਜਦੋਂ ਉਂਗਲੀਆਂ ਦੀ ਮਾਸਕ ਦੇ ਅਭਿਆਸ ਹੋ ਜਾਂਦਾ ਹੈ ਤਾਂ ਉਸ ਤੋਂ ਅੱਗੇ ਉਹ ਆਪ ਪੈਨਸਲ ਚਲਾ ਕੇ ਅੱਖਰ ਜਿਹੜੇ ਉਹ ਲਿਖ ਲੈਂਦਾ ਹੈ। ਪੈਸਟੋਲੋਜੀ ਵਿਧੀ, ਜਿਹਦੇ ਵਿੱਚ ਪਹਿਲਾਂ ਅੱਖਰ ਲਿਖਣਾ ਸਿਖਾਇਆ ਜਾਂਦਾ, ਤਾਂ ਭਿੰਨ ਭਿੰਨ ਟੁਕੜਿਆਂ ਦੇ ਵਿੱਚ ਅੱਖਰ ਨੂੰ ਤੋੜ ਲਿਆ ਜਾਂਦਾ ਅਤੇ ਫਿਰ ਉਸ ਤੋਂ ਬਾਅਦ ਉਹ ਪੂਰਾ ਅੱਖਰ ਬਣਾਉਂਦਾ। ਸ਼ਬਦ ਵਿਧੀ, ਦੇਖੋ ਅਤੇ ਕਹੋ, ਭਾਵ ਬੱਚੇ ਨੂੰ ਇੱਕ ਤਸਵੀਰ ਦਿਖਾਈ ਜਾਂਦੀ ਹੈ ਤਾਂ ਉਹ ਉਸ ਨੂੰ ਬੋਲਦਾ ਹੈ ਅਤੇ ਲਿਖਦਾ ਹੈ। ਵਾਕ ਵਿਧੀ, ਵਾਕ ਵਿਧੀ ਦੇ ਵਿੱਚ ਬੱਚੇ ਨੂੰ ਵਾਕ, ਜਿਵੇਂ ਆਪਾਂ ਸ਼ਬਦ ਪਹਿਲਾਂ ਬਣਾਉਂਦੇ ਹਾਂ ਤਾਂ ਸ਼ਬਦ ਤੋਂ ਬਾਅਦ ਵਾਕ ਦਾ ਜਿਹੜਾ ਬਣਾਉਣਾ ਸਿਖਾਇਆ ਜਾਂਦਾ ਹੈ। ਪ੍ਰਸਥਾਪਨ ਵਿਧੀ, ਇਹ ਵਿਧੀ ਕੁਝ ਵੱਡੇ ਬੱਚਿਆਂ ਲਈ ਹੁੰਦੀ ਹੈ। ਇਸ ਨਾਲ ਬੱਚੇ ਦੀ ਜਾਣਕਾਰੀ ਵਿਚਲੇ ਸ਼ਬਦਾਂ ਤੋਂ ਨਵੇਂ ਸ਼ਬਦ ਬਣਾ ਦਿੱਤੇ ਜਾਂਦੇ ਨੇ। ਬੱਚਿਆਂ ਨੂੰ ਇੱਕ ਸ਼ਬਦ ਲਿਖਣਾ ਦੱਸਿਆ ਜਾਂਦਾ, ਫਿਰ ਉਸ ਸ਼ਬਦ ਵਿੱਚ ਵਰਤੇ ਅੱਖਰ ਅੱਗੇ ਪਿੱਛੇ ਕਰਕੇ ਕੁਝ ਹੋਰ ਸ਼ਬਦ ਨੇ ਜਿਹੜੇ ਉਹ ਬਣਾਏ ਜਾਂਦੇ ਨੇ। ਪੂਰਨਿਆਂ ਉੱਤੇ ਲਿਖਣਾ ਸਿਖਾਉਣ ਦੀ ਇੱਕ ਪੁਰਾਤਨ ਵਿਧੀ ਹੈ। ਤਾਂ ਪਹਿਲਾਂ ਤਖ਼ਤੀ ਦੇ ਉੱਪਰ ਜਿਹੜਾ ਅਧਿਆਪਕ ਹੈ ਉਹ ਆਪ ਲਿਖਦੇ ਅਤੇ ਬੱਚੇ ਇਸ ਦੇ ਉੱਪਰ ਲਿਖਦੇ ਨੇ। ਤਾਂ ਹੁਣ ਵੀ ਆਪਾਂ ਪੈਨਸਲ ਦੇ ਨਾਲ ਬੱਚਿਆਂ ਨੂੰ ਪਹਿਲਾਂ ਇਸੇ ਤਰ੍ਹਾਂ ਦਾ ਜਿਹੜਾ ਲਿਖਣਾ ਹੈ ਕਈ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ, ਜਾਂ ਬੱਚਿਆਂ ਨੂੰ ਸ਼ਬਦ ਨੂੰ ਤੋੜ ਕੇ, ਅੱਖਰ ਨੂੰ, ਧੁਨੀ ਨੂੰ ਤੋੜ ਕੇ ਹੌਲੀ ਹੌਲੀ ਪੂਰੀ ਧੁਨੀ ਜਿਹੜੀ ਲਿਖਣੀ ਉਹ ਸਿਖਾਈ ਜਾਂਦੀ ਹੈ। ਬੋਲ ਲਿਖਤ, ਡਿਕਟੇਸ਼ਨ ਇਸ ਨੂੰ ਬੋਲਦੇ ਹਾਂ ਕਿ ਟੀਚਰ ਹੈ ਜਿਹੜਾ ਉਹ ਬੋਲਦਾ ਹੈ ਅਤੇ ਬੱਚਾ ਉਸ ਸ਼ਬਦ ਨੂੰ ਸਮਝ ਕੇ ਲਿਖਦਾ ਹੈ। ਵਿਧੀ, ਬੋਲ ਲਿਖਤ ਵਿਧੀ ਵਿੱਚ ਇੱਕ ਵਿਸ਼ੇਸ਼ ਵਿਧੀ ਅਪਣਾਈ ਗਈ ਹੈ। ਸਭ ਤੋਂ ਪਹਿਲਾਂ ਅਧਿਆਪਕ ਸ਼੍ਰੇਣੀ ਵਿੱਚ ਵਾਰਤਕ ਦੇ ਟੁਕੜੇ ਜਾਂ ਉੱਚੀ ਆਵਾਜ਼ ਵਿੱਚ ਵਾਚਨ ਕਰਦਾ ਹੈ। ਵਿਦਿਆਰਥੀ ਉਸ ਨੂੰ ਧਿਆਨ ਦੇ ਨਾਲ ਸੁਣਦਾ ਹੈ ਅਤੇ ਉਸ ਦਾ ਕੇਂਦਰੀ ਭਾਵ ਸਮਝਣ ਦਾ ਯਤਨ ਕਰਦਾ ਹੈ, ਅਤੇ ਫਿਰ ਅਧਿਆਪਕ ਉੱਚੀ ਅਤੇ ਧੀਮੀ ਗਤੀ ਨਾਲ ਉਸ ਵਾਰਤਕ ਦੇ ਟੁਕੜੇ ਨੂੰ ਬੋਲਦਾ ਹੈ ਅਤੇ ਬੱਚੇ ਕੀ ਨੇ ਉਸ ਨੂੰ ਆਪਣੀਆਂ ਕਾਪੀਆਂ ਜਾਂ ਤਖ਼ਤੀਆਂ ਫੱਟੀਆਂ ਦੇ ਉੱਤੇ ਲਿਖਦੇ ਨੇ, ਅਤੇ ਇਸ ਤਰ੍ਹਾਂ ਅਭਿਆਸ ਹੈ ਜਿਹੜਾ ਉਹ ਕਰਾਇਆ ਜਾਂਦਾ ਹੈ। ਬੋਲ ਲਿਖਤ ਦਾ ਮਹੱਤਵ ਕੀ ਹੈ? ਬੋਲ ਲਿਖਤ ਦੇ ਵਿੱਚ ਕੀ ਹੈ, ਵਿਦਿਆਰਥੀ ਹੈ ਜਿਹੜਾ ਉਹ
ਚੇਤੰਨ ਹੁੰਦਾ ਹੈ ਤਾਂ ਉਸ ਦੀਆਂ ਜਿਹੜੀਆਂ ਵੱਖ-ਵੱਖ ਗਿਆਨ ਇੰਦਰੀਆਂ ਨੇ ਉਹ ਕਾਰਜ ਕਰਦੀਆਂ ਨੇ ਅਤੇ ਇਸ ਤੋਂ ਇਲਾਵਾ ਉਸ ਦੇ ਅੰਦਰ ਸੁਣਨ ਅਤੇ ਜਿਹੜੀ ਸਮਝਣ ਸ਼ਕਤੀ ਹੈ ਉਸ ਦਾ ਵਿਕਾਸ ਹੁੰਦਾ ਹੈ ਅਤੇ ਵਿਦਿਆਰਥੀ ਹੈ ਜਿਹੜਾ ਉਹ ਸ਼ੁੱਧ ਸ਼ਬਦ ਜੋੜ ਸਿੱਖਦਾ ਹੈ ਅਤੇ ਬੋਲ ਲਿਖਤ ਨਾਲ ਵਿਦਿਆਰਥੀ ਦੀ ਬੋਧ ਸ਼ਕਤੀ ਦਾ ਵਿਕਾਸ ਹੁੰਦਾ ਹੈ। ਉਹ ਭਿੰਨ ਭਿੰਨ ਧੁਨੀਆਂ ਦੁਆਰਾ ਸ਼ਬਦ ਬਣਾਉਣ ਸਿੱਖਦਾ ਅਤੇ ਕਿੱਥੇ ਵਿਸਰਾਮ ਚਿੰਨ੍ਹ ਲੱਗਣਾ ਅਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਸਿੱਖਦਾ ਹੈ। ਅਤੇ ਇਸ ਦੇ ਇਲਾਵਾ ਬੋਲ ਲਿਖਤ ਨਾਲ ਜਿਹੜੀ ਬੱਚੇ ਦੀ ਲਿਖਣ ਦੀ ਗਤੀ ਹੈ, ਸਪੀਡ ਹੈ, ਤਾਂ ਉਹ ਵੀ ਵੱਧਦੀ ਹੈ। ਬੱਚਾ ਅਧਿਆਪਕ ਦੇ ਬੋਲੇ ਅਨੁਸਾਰ ਫਟਾਫਟ ਲਿਖਣ ਦੀ ਕੋਸ਼ਿਸ਼ ਕਰਦਾ ਹੈ। ਤਾਂ ਉਸ ਤੋਂ ਅੱਗੇ ਵੱਖ-ਵੱਖ ਲਿਖਣ ਕਿਰਿਆਵਾਂ ਦਾ ਅਭਿਆਸ ਤਾਂ ਆਪਾਂ ਪਹਿਲਾਂ ਕਰ ਚੁੱਕੇ ਹਾਂ ਕਿ ਬੋਲ ਲਿਖਤ ਮਾਧਿਅਮ ਦੁਆਰਾ ਚਿੱਤਰ ਰਚਨਾ, ਜਿਸ ਦੇ ਵਿੱਚ ਚਿੱਤਰ ਹੈ ਜਿਹੜਾ ਉਹ ਬਲੈਕ ਬੋਰਡ ਦੇ ਉੱਤੇ ਰਚਿਆ ਜਾਂਦਾ ਹੈ ਜਾਂ ਵਿਦਿਆਰਥੀ ਨੂੰ ਜਿਹੜਾ ਉਹ ਚਿੱਤਰ ਹੈ ਉਹ ਦਿਖਾਇਆ ਜਾਂਦਾ ਹੈ। ਕਹਾਣੀ ਰਚਨਾ, ਜਿਸ ਦੇ ਵਿੱਚ ਕੋਈ ਅਧਿਆਪਕ ਬੱਚੇ ਨੂੰ ਕਹਾਣੀ ਲਿਖਣ ਜਾਂ ਉਹ ਕਹਾਣੀ ਬੋਲ ਦਿੰਦਾ ਹੈ ਤਾਂ ਬੱਚੇ ਉਸ ਨੂੰ ਲਿਖਦੇ ਨੇ। ਚਿੱਠੀ ਪੱਤਰ ਰਚਨਾ, ਤਾਂ ਇਸ ਤਰ੍ਹਾਂ ਲੇਖ ਰਚਨਾ ਤਾਂ ਬੱਚੇ ਨੂੰ ਕਿਸੇ ਵਿਸ਼ੇ ਦੇ ਉੱਤੇ ਜਿਹੜੇ ਲੇਖ ਲਿਖਣ ਲਈ ਕਹਿ ਦਿੱਤਾ ਜਾਂਦਾ ਹੈ। ਤਾਂ ਇਸ ਤਰ੍ਹਾਂ ਇਹ ਸਾਰਾ ਕੁਝ ਕੀ ਹੈ, ਲਿਖਣ ਦਾ ਜਿਹੜੀਆਂ ਕਿਰਿਆਵਾਂ ਨੇ ਉਸ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਲਿਖਣਾ ਸਿਖਾਉਣ ਦੇ ਸਧਾਰਨ ਨਿਯਮ ਕੀ ਨੇ? ਤਾਂ ਲਿਖਣਾ ਸਿਖਾਉਣ ਦੇ ਕੁਝ ਨਿਯਮ ਨੇ। ਤਾਂ ਲਿਖਣ ਤੋਂ ਪਹਿਲਾਂ ਕੀ ਹੈ, ਬੱਚੇ ਨੂੰ ਪੜ੍ਹਨਾ ਆਉਣਾ ਚਾਹੀਦਾ ਹੈ। ਲਿਖਣਾ ਸਿਖਾਉਣ ਦਾ ਇੱਕ ਵਿਸ਼ੇਸ਼ ਕਰਮ ਹੈ ਜਿਸ ਅਨੁਸਾਰ ਚੱਲਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਅੱਖਰ ਰਚਨਾ ਦਾ ਜਿਹੜਾ ਕੰਮ ਹੈ ਉਹ 5ਵੇਂ ਜਾਂ 6ਵੇਂ ਵਰ੍ਹੇ ਤੋਂ ਆਰੰਭ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਜ਼ੋਰ ਦੇਣ ਨਾਲ ਬੱਚੇ ਦੀਆਂ ਜਿਹੜੀਆਂ ਉਂਗਲੀਆਂ ਅਤੇ ਪੱਠਿਆਂ ਦੇ ਕਮਜ਼ੋਰ ਰਹਿ ਜਾਣ ਦੀ ਸੰਭਾਵਨਾ ਹੁੰਦੀ ਹੈ। ਤਾਂ ਪਹਿਲਾਂ ਕੇਵਲ ਉਹੀ ਅੱਖਰ ਬੱਚੇ ਨੂੰ ਸਿਖਾਏ ਜਾਣ ਜਿਹੜੇ ਉਹ ਸੌਖੇ ਤਰੀਕੇ ਨਾਲ ਸਿੱਖ ਸਕੇ। ਲਿਖਣ ਚੱਕਰ ਵਧੇਰੇ ਲੰਬਾ ਨਹੀਂ ਹੋਣਾ ਚਾਹੀਦਾ, ਤਾਂ ਜਿਹੜਾ ਥਕਾਵਟ ਹੈ ਉਹ ਬੱਚਾ ਮੰਨ ਲੈਂਦਾ ਹੈ। ਬੱਚਿਆਂ ਨੂੰ ਇੱਕਦਮ ਛੋਟੇ ਆਕਾਰ ਦੇ ਅੱਖਰ ਲਿਖਣ ਲਈ ਨਾ ਕਿਹਾ ਜਾਵੇ, ਪਹਿਲਾਂ ਵੱਡੇ ਆਕਾਰ ਨੂੰ ਤਰਜੀਹ ਦਿੱਤੀ ਜਾਵੇ। ਬੱਚੇ ਲਿਖਣ ਸਮੇਂ ਜਿਨ੍ਹਾਂ ਉਪਕਰਨਾਂ ਅਤੇ ਸਾਧਨਾਂ ਦਾ ਪ੍ਰਯੋਗ ਕਰਦੇ ਨੇ ਉਹਨਾਂ ਦੇ ਵਿੱਚ ਕੋਈ ਨਾ ਕੋਈ ਤਰਤੀਬ ਅਤੇ ਕਰਮ ਹੋਣਾ ਚਾਹੀਦਾ ਹੈ। ਲਿਖਣਾ ਸਿਖਾਉਂਦੇ ਸਮੇਂ ਬੱਚਿਆਂ ਦੇ ਜਿਹੜੇ ਵਿਅਕਤੀਗਤ ਭੇਦ ਨੇ ਉਹਨਾਂ ਦੇ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ, ਤਾਂ ਕਿ ਹੁਣ ਕੁਝ ਬੱਚੇ ਨੇ ਉਹ ਜਲਦੀ ਸੁਣ ਲੈਂਦੇ ਨੇ, ਜਲਦੀ ਸਮਝ ਕੇ ਲਿਖ ਲੈਂਦੇ ਨੇ, ਤਾਂ ਕੁਝ ਹੁੰਦੇ ਨੇ ਜਿਨ੍ਹਾਂ ਦੀ ਸੋਚਣ ਸ਼ਕਤੀ, ਸਮਝਣ ਸ਼ਕਤੀ ਘੱਟ ਹੁੰਦੀ ਹੈ। ਤਾਂ ਉਹ ਵਿਅਕਤੀ, ਇੱਕ ਟੀਚਰ ਦਾ ਫਰਜ਼ ਹੈ ਕਿ ਉਹਨਾਂ ਭਿੰਨਤਾਵਾਂ ਦਾ ਗਿਆਨ ਕਰਕੇ ਵਿਦਿਆਰਥੀ ਨੂੰ ਉਸ ਅਨੁਸਾਰ ਹੀ ਲਿਖਾਵੇ। ਲਿਖਣਾ ਸਿਖਾਉਂਦੇ ਸਮੇਂ ਵਿਦਿਆਰਥੀਆਂ ਦੀਆਂ ਤਰੁੱਟੀਆਂ ਅਤੇ ਅਸ਼ੁੱਧੀਆਂ ਦੀ ਲਗਾਤਾਰ ਅਤੇ ਨਿਰੰਤਰ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਜੇ ਵਿਦਿਆਰਥੀ ਨੂੰ ਇੱਕ ਵਾਰ ਉਸਦੀ ਜਿਹੜੀ ਰਾਈਟਿੰਗ ਹੈ ਉਹ ਸਾਫ਼ ਨਾ ਹੋਵੇ ਤਾਂ ਬੱਚੇ ਨੂੰ ਵਾਰ-ਵਾਰ ਲਿਖਣ ਲਈ ਕਹਿਣਾ ਚਾਹੀਦਾ ਹੈ, ਤਾਂ ਕਿ ਉਸ ਦੀ ਜਿਹੜੀ ਲਿਖਣ ਸੁਧਾਈ ਹੈ ਉਹ ਕੀਤੀ ਜਾ ਸਕੇ। ਤਾਂ ਲਿਖਣ ਦੀ ਪ੍ਰਕਿਰਿਆ ਹੈ ਜਿਹੜੀ ਉਹ ਇੰਨੀ ਸੌਖੀ ਅਤੇ ਸਰਲ ਨਹੀਂ ਹੁੰਦੀ। ਪੜ੍ਹਨ ਲਈ ਬੱਚੇ ਨੂੰ ਸਿਰਫ ਅੱਖਰਾਂ ਦੀ ਆਕ੍ਰਿਤੀ ਦਾ ਗਿਆਨ ਹੋਣਾ ਚਾਹੀਦਾ ਹੈ, ਪਰ ਲਿਖਣ ਦੇ ਲਈ ਜਿਹੜੀਆਂ ਸਾਨੂੰ ਬਹੁਤ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਨੇ ਕਿ ਕਿਹੜਾ ਅੱਖਰ ਹੈ ਜਿਹੜਾ ਅਸੀਂ ਕਿਸ ਤਰੀਕੇ ਨਾਲ ਲਿਖਣਾ ਹੈ, ਅਤੇ ਉਸ ਦਾ ਬੱਚੇ ਨੂੰ ਗਿਆਨ ਹੋਣਾ ਜ਼ਰੂਰੀ ਹੈ। ਤਾਂ ਕਹਿੰਦੇ ਉਹੀ ਬੱਚਾ ਚੰਗਾ ਲਿਖ ਸਕੇਗਾ ਜੋ ਠੀਕ ਠਾਕ ਪੜ੍ਹਨ ਦੀ ਸਮਰੱਥਾ ਰੱਖਦਾ ਹੋਵੇਗਾ, ਕਿਉਂਕਿ ਜੇ ਵਿਦਿਆਰਥੀ ਨੂੰ ਪੜ੍ਹਨਾ ਆਉਂਦਾ ਹੋਵੇਗਾ ਤਾਂ ਹੀ ਉਹ ਸਹੀ ਤਰੀਕੇ ਨਾਲ ਲਿਖ ਸਕਦਾ ਹੋਵੇਗਾ। ਤਾਂ ਇਹ ਸੀਗੇ ਲਿਖਣਾ ਸਿੱਖਣ ਦੀਆਂ ਕੁਝ ਕਿਰਿਆਵਾਂ ਅਤੇ ਲਿਖਣਾ ਸੁਧਾਈ ਨੂੰ ਕਰਨ ਦੇ, ਲਿਖਣ ਦੀ ਜਿਹੜੀ ਲਿਖਣ ਨੂੰ ਸੁਧਾਉਣ ਦੇ ਲਈ, ਭਾਵ ਉਸ ਦੇ ਵਿੱਚ ਸੁਧਾਈ ਕਰਨ ਦੇ ਲਈ ਸਾਨੂੰ ਕਿਹੜੇ ਯਤਨ ਕਰਨੇ ਚਾਹੀਦੇ ਨੇ। ਤਾਂ ਇੱਕ ਟੀਚਰ ਦਾ ਇਹਨਾਂ ਪ੍ਰਤੀ ਕੀ ਫਰਜ਼ ਹੈ, ਇਹ ਸੀਗਾ ਇਸ ਦੇ ਵਿੱਚ। ਥੈਂਕ ਯੂ।